ਹੈਲੋ ਗਾਇਜ਼, ਵੈਲਕਮ ਟੂ ਦ ਚੈਨਲ ਲਿਟਰੇਚਰ ਸੀਰੀਜ਼। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੰਗਲਿਸ਼ ਰੈਨੇਸਾ ਦੇ ਬਾਰੇ। ਇੰਗਲਿਸ਼ ਰੈਨੇਸਾ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਹੈਗਾ 1500 ਤੋਂ ਲੈ ਕੇ 1660 ਈਸਵੀ ਤੱਕ। ਇਹ ਏਜ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਮੰਨੀ ਜਾਂਦੀ ਹੈ। ਅਤੇ ਆਪਣੇ ਜਿਹੜੇ ਦੋ ਹੋਰ ਇਸ ਤੋਂ ਪਹਿਲਾਂ ਆਪਾਂ ਦੋ ਏਜਿਸ ਕਰ ਚੁੱਕੇ ਹਾਂ, ਓਲਡ ਇੰਗਲਿਸ਼ ਲਿਟਰੇਚਰ ਐਂਡ ਮਿਡਲ ਇੰਗਲਿਸ਼ ਲਿਟਰੇਚਰ। ਇਹਨਾਂ ਦੋਨਾਂ ਤੋਂ ਬਾਅਦ ਇੰਗਲਿਸ਼ ਰੈਨੇਸਾ ਆਉਂਦੀ ਹੈ। ਅਤੇ ਇੰਗਲਿਸ਼ ਰੈਨੇਸਾ ਹੈਗੀ ਕੀ ਚੀਜ਼ ਹੈ? ਰੈਨੇਸਾ ਦਾ ਮਤਲਬ ਹੁੰਦਾ ਰੀਅਵੇਕਨਿੰਗ, ਮਤਲਬ ਕਿਸੇ ਚੀਜ਼ ਨੂੰ ਜਗਾਉਣਾ ਜਾਂ ਫਿਰ ਦੁਬਾਰਾ ਤੋਂ ਜਗਾਉਣਾ। ਤਾਂ ਇਹ ਜਿਹੜੀ ਮੂਵਮੈਂਟ ਸੀਗੀ, ਇਹ ਇੱਕ ਕਲਚਰਲ ਅਤੇ ਆਰਟਿਸਟਿਕ ਮੂਵਮੈਂਟ ਸੀ ਜਿਹੜੀ ਕਿ 15th ਅਤੇ 17th ਸੈਂਚੁਰੀ ਦੇ ਵਿੱਚ ਆਉਂਦੀ ਹੈ। ਅਤੇ ਇਸ ਨੂੰ ਪੈਨ ਯੂਰੋਪੀਅਨ ਰੈਨੇਸਾ ਵੀ ਕਿਹਾ ਜਾਂਦਾ ਇਸ ਮੂਵਮੈਂਟ ਨੂੰ। 14th ਸੈਂਚੁਰੀ ਦੇ ਵਿੱਚ ਇਹ ਮੂਵਮੈਂਟ ਹੈ ਜਿਹੜੀ ਉਹ ਇਟਲੀ ਦੇ ਵਿੱਚ ਸ਼ੁਰੂ ਹੁੰਦੀ ਹੈ ਅਤੇ ਉੱਥੇ ਡਿਵੈਲਪ ਹੁੰਦੀ ਹੈ। ਬਟ ਇੰਗਲੈਂਡ ਦੇ ਵਿੱਚ ਇਹ 15ਵੀਂ ਤੋਂ 17ਵੀਂ ਸ਼ਤਾਬਦੀ ਦੇ ਵਿੱਚ ਆਉਂਦੀ ਹੈ। ਅਤੇ ਇਹਨਾਂ ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਇਟਾਲੀਅਨ ਅਤੇ ਇੰਗਲਿਸ਼ ਰੈਨੇਸਾ ਦੇ ਵਿੱਚ। ਉਹ ਡਿਫਰੈਂਸ ਕੀ ਹੈ? ਜਿਹੜੀ ਤਾਂ ਆਪਣੀ ਇਟਾਲੀਅਨ ਮੂਵਮੈਂਟ ਹੈ, ਇਟਾਲੀਅਨ ਰੈਨੇਸਾ, ਉਹ ਵਿਜ਼ੂਅਲ ਆਰਟ ਦੇ ਉੱਪਰ ਸੀਗੀ। ਵਿਜ਼ੂਅਲ ਆਰਟ ਦੇ ਵਿੱਚ ਜਿਹੜਾ ਰੀਅਵੇਕਨਿੰਗ ਹੋਈ ਹੈ ਲੋਕਾਂ ਦੀ, ਉਹਦੇ ਉੱਪਰ ਸੀਗੀ। ਬਟ ਜਿਹੜਾ ਆਪਣਾ ਇੰਗਲੈਂਡ ਦੇ ਵਿੱਚ ਜਿਹੜੀ ਰੈਨੇਸਾ ਆਈ ਸੀਗੀ, ਉਹ ਲਿਟਰੇਚਰ ਅਤੇ ਮਿਊਜ਼ਿਕ ਦੇ ਉੱਪਰ ਕੰਮ ਕਰਦੀ ਸੀਗੀ। ਲਿਟਰੇਚਰ ਅਤੇ ਮਿਊਜ਼ਿਕ ਦੇ ਵਿੱਚ ਬਹੁਤ ਸਾਰੇ ਨਵੇਂ ਵਰਕਸ ਆਏ ਅਤੇ ਜਿਹੜਾ ਟਰਡੀਸ਼ਨਲੀ ਇੱਕ ਲੋਕਾਂ ਦੇ ਵਿੱਚ ਟਰੈਂਡ ਚੱਲਿਆ ਹੋਇਆ ਸੀਗਾ ਆਰਟ ਦਾ, ਲਿਟਰੇਚਰ ਦਾ ਜਾਂ ਮਿਊਜ਼ਿਕ ਦਾ, ਉਹ ਟੁੱਟ ਕੇ ਇੱਕ ਹੋਰ ਨਵਾਂ ਟਰੈਂਡ ਚੱਲਣ ਲੱਗ ਗਿਆ ਰੈਨੇਸਾ ਦੇ ਵਿੱਚ। ਰੈਨੇਸਾ ਤੋਂ ਪਹਿਲਾਂ ਇੱਕ ਹੋਰ ਮੂਵਮੈਂਟ ਚੱਲਦੀ ਹੈ ਜਿਸ ਨੂੰ ਕਿ ਰੈਫੋਰਮੇਸ਼ਨ ਕਿਹਾ ਜਾਂਦਾ। ਰੈਫੋਰਮੇਸ਼ਨ ਦਾ ਰੈਨੇਸਾ ਦੇ ਉੱਪਰ ਬਹੁਤ ਗਹਿਰਾ ਇਫੈਕਟ ਹੁੰਦਾ। ਰੈਫੋਰਮੇਸ਼ਨ ਦੇ ਵਿੱਚ ਕੀ ਹੁੰਦਾ ਸੀਗਾ? ਰੈਫੋਰਮੇਸ਼ਨ ਜਦੋਂ ਮੂਵਮੈਂਟ ਚੱਲੀ ਸੀ, ਇਸ ਦੇ ਵਿੱਚ ਜਿਹੜੇ ਇੰਗਲੈਂਡ ਦੇ ਲੋਕ ਸੀਗੇ, ਉਹਨਾਂ ਨੇ ਕੈਥੋਲਿਕ ਚਰਚ ਦੇ ਖਿਲਾਫ ਪ੍ਰੋਟੈਸਟ ਕੀਤਾ ਸੀਗਾ। ਉਹਨਾਂ ਨੇ ਚਰਚ ਦੇ ਜਿਹੜੇ ਉਪਦੇਸ਼ ਹੁੰਦੇ ਸੀਗੇ, ਉਹਦੇ ਰੂਲ ਐਂਡ ਰੈਗੂਲੇਸ਼ਨ ਸੀਗੇ, ਉਹਨਾਂ ਨੂੰ ਮੰਨਣ ਤੋਂ ਇਨਕਾਰ ਕਰਤਾ ਸੀਗਾ ਅਤੇ ਉਹਦੇ ਖਿਲਾਫ ਰਿਬੈਲ ਕਰਤਾ ਸੀ। ਅਤੇ ਉਸ ਤੋਂ ਬਾਅਦ ਫਿਰ ਰੈਨੇਸਾ ਐਸਟੈਬਲਿਸ਼ ਹੁੰਦੀ ਹੈ। ਰੈਨੇਸਾ ਦੇ ਵਿੱਚ ਲੋਕਾਂ ਨੇ ਉਹ ਜਿਹੜੇ ਇੱਕ ਉਹਨੂੰ ਮੂਵਮੈਂਟ ਚੱਲੀ ਸੀ, ਉਹਨੂੰ ਐਕਚੁਅਲਾਈਜ਼ ਕਰਨ ਲੱਗ ਗਏ, ਮਤਲਬ ਉਹਨੂੰ ਰੀਅਲ ਲਾਈਫ ਦੇ ਵਿੱਚ ਲੋਕ ਦੇਖਣ ਲੱਗ ਗਏ ਆਪਣੀ ਲਾਈਫ ਦੇ ਵਿੱਚ। ਅਤੇ ਬਹੁਤ ਸਾਰੇ ਜਿਹੜੇ ਰਾਈਟਰ ਸੀਗੇ, ਉਹ ਪਹਿਲਾਂ ਮੋਸਟਲੀ ਬਾਈਬਲਸ ਦੇ ਉੱਪਰ ਲਿਖਦੇ ਸੀਗੇ। ਬਾਈਬਲ ਦੇ ਕਰੈਕਟਰਸ ਨੇ ਜਿਹੜੇ, ਉਹਨਾਂ ਦੇ ਬਾਰੇ ਹੀ ਆਪਾਂ ਨੂੰ ਵਰਕਸ ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਸੀਗੇ। ਬਟ ਜਦੋਂ ਰੈਨੇਸਾ ਆਉਂਦੀ ਹੈ ਤਾਂ ਆਪਣੇ ਕੋਲ ਕੁਛ ਇਹੋ ਜਿਹੇ ਵਰਕਸ ਆਉਂਦੇ ਨੇ ਜਿਹਦੇ ਵਿੱਚ ਕੀ ਹੁੰਦਾ, ਆਪਾਂ ਜਿਹੜੇ ਕੋਮਨ ਲਾਈਫ ਦੇ ਆਪਣੇ ਕਰੈਕਟਰਸ ਨੇ ਉਹਨਾਂ ਨੂੰ ਆਪਾਂ ਦੇਖਦੇ ਹਾਂ। ਅਤੇ ਗਾਈਜ਼, ਜਦੋਂ ਇਹ ਏਜ ਚੱਲ ਰਹੀ ਸੀਗੀ ਇੰਗਲਿਸ਼ ਰੈਨੇਸਾ, ਉਦੋਂ ਇੰਗਲੈਂਡ ਦੇ ਉੱਪਰ ਜਿਹੜਾ ਹੈਗਾ ਉਹ ਹੈਨਰੀ 8th ਦਾ ਰਾਜ ਸੀਗਾ। ਮਤਲਬ ਹੈਨਰੀ 8th ਜਿਹੜਾ ਰਾਜਾ ਸੀ ਉੱਥੋਂ ਦਾ, ਉਹ ਉੱਥੇ ਰਾਜ ਕਰ ਰਿਹਾ ਸੀਗਾ। ਅਤੇ ਉਹਨਾਂ ਦਾ ਜਿਹੜਾ ਰਾਜਕਾਲ ਹੈ ਉਹ 1509 ਈਸਵੀ ਤੋਂ ਲੈ ਕੇ 1547 ਈਸਵੀ ਤੱਕ ਰਿਹਾ। ਉਸ ਤੋਂ ਬਾਅਦ ਜਿਹੜੀ ਕੁਈਨ ਐਲਿਜ਼ਾਬੈਥ ਹੈ, ਉਹਨਾਂ ਦਾ ਰਾਜ ਸ਼ੁਰੂ ਹੁੰਦਾ 1568 ਤੋਂ ਲੈ ਕੇ 1603 ਈਸਵੀ ਤੱਕ। ਅਤੇ ਇਸ ਦੇ ਵਿੱਚ ਬਾਈਬਲ ਟਰਾਂਸਲੇਸ਼ਨ ਤੋਂ ਇਲਾਵਾ ਜਿਹੜੇ ਹੋਰ ਇੰਪੋਰਟੈਂਟ ਚੀਜ਼ ਹੈ ਉਹ ਹੈਗੀ ਹੈ, ਟੋਮਸ ਵੋਇਆਟ ਨਾਮ ਦੇ ਇੱਕ ਪਰਸਨ ਨੇ ਸੋਨੇਟ ਨੂੰ ਇੰਟਰੋਡਿਊਸ ਕਰਵਾਇਆ ਸੀਗਾ। ਸੋਨੇਟ ਕੀ ਹੁੰਦਾ? ਸੋਨੇਟ ਪੋਇਮ ਹੁੰਦੀ ਹੈ ਦੋਸਤੋ, ਜਿਹੜੀ ਕਿ 14 ਲਾਈਨਸ ਦੀ ਹੁੰਦੀ ਹੈ, ਨਾ 14 ਤੋਂ ਘੱਟ ਅਤੇ ਨਾ 14 ਤੋਂ ਵੱਧ ਲਾਈਨਸ। ਸੋ 14 ਲਾਈਨਸ ਦੀ ਪੋਇਮ ਹੁੰਦੀ ਹੈ ਆਪਣੇ ਕੋਲ, ਉਹਨੂੰ ਸੋਨੇਟ ਕਿਹਾ ਜਾਂਦਾ। ਇਹਨੂੰ ਇੰਟਰੋਡਿਊਸ ਕਰਵਾਇਆ ਸੀਗਾ ਟੋਮਸ ਵੋਇਆਟ ਨੇ। ਅਤੇ ਇੱਕ ਹੋਰ ਸੋਨੇਟ ਦੇ ਨਾਲ ਇੱਕ ਹੋਰ ਟਰਮ ਹੈ ਜਿਹੜੀ ਉਹ ਇਮਰਜ ਹੁੰਦੀ ਹੈ ਰੈਨੇਸਾ ਦੇ ਵਿੱਚ, ਜੋ ਕਿ ਹੈਗੀ ਹੈ ਬਲੈਂਕ ਵਰਸ। ਬਲੈਂਕ ਵਰਸ ਨੂੰ ਅਰਲ ਆਫ ਸਰੇ, ਜਿਨ੍ਹਾਂ ਦਾ ਇਹ ਉਹਨਾਂ ਦੀ ਉਪਾਧੀ ਸੀਗੀ ਅਰਲ ਆਫ ਸਰੇ, ਅਤੇ ਉਹਨਾਂ ਦਾ ਨਾਮ ਸੀਗਾ ਹੈਨਰੀ ਹੋਵਰਡ, ਉਹਨਾਂ ਨੇ ਇਸ ਨੂੰ ਇੰਟਰੋਡਿਊਸ ਕਰਵਾਇਆ ਸੀਗਾ। ਰੈਨੇਸਾ ਮੂਵਮੈਂਟ ਦੀ ਜਿਹੜੀ ਇੱਕ ਖਾਸ ਇੰਪੋਰਟੈਂਟ ਗੱਲ ਹੈ ਉਹ ਇਹੀ ਹੈਗੀ ਹੈ ਕਿ ਇਸ ਦੇ ਵਿੱਚ ਵਿਲੀਅਮ ਟਿੰਡੇਲ ਦੁਆਰਾ ਬਾਈਬਲ ਨੂੰ ਟਰਾਂਸਲੇਟ ਕੀਤਾ ਗਿਆ ਸੀਗਾ 1526 ਦੇ ਵਿੱਚ।
ਤੇ ਉਸ ਤੋਂ ਬਾਅਦ ਕਿੰਗ ਜੇਮਸ ਦੀ ਬਾਈਬਲ ਆਈ ਸੀਗੀ ਜਿਹੜੀ ਕਿ 1611 ਦੇ ਵਿੱਚ ਆਈ ਸੀ। ਦੋਸਤੋ ਐਲਿਜ਼ਾਬੈਥ ਪੀਰੀਅਡ ਹੈ ਜਿਹੜਾ ਉਹਨੂੰ ਆਪਾਂ ਰੈਨੇਸਾਂ ਦੇ ਵਿੱਚ ਗਿਣਦੇ ਹਾਂ ਤੇ ਇਸ ਦੇ ਵਿੱਚ ਪੋਇਟਰੀ ਤੇ ਡਰਾਮਾ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਹੁੰਦੇ ਦੇਖੇ ਜਾ ਸਕਦੇ ਨੇ ਤੇ ਜਿਹੜੇ ਬਹੁਤ ਹੀ ਜ਼ਿਆਦਾ ਮੋਸਟ ਫੇਮਸ ਵਰਕ ਨੇ ਉਹ ਇਸ ਏਜ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੋਇਟਰੀ ਦੇ ਬਾਰੇ। ਪੋਇਟਰੀ ਦੇ ਵਿੱਚ ਜਿਹੜੇ ਫੇਮਸ ਰਾਈਟਰ ਸੀਗੇ ਇਹਦੇ ਵਿੱਚ ਉਹ ਸੀਗੇ ਐਡਮੰਡ ਸਪੈਂਸਰ, ਸਰ ਫਿਲਿਪ ਸਿਡਨੀ, ਜੌਨ ਡਨ। ਇਹ ਮੋਸਟ ਇੰਪੋਰਟੈਂਟ ਰਾਈਟਰਸ ਮੰਨੇ ਜਾਂਦੇ ਨੇ ਇਸ ਏਜ ਦੇ। ਐਡਮੰਡ ਸਪੈਂਸਰ ਜਿਹੜੇ ਸੀਗੇ ਉਹਨਾਂ ਨੇ ਦ ਫੇਰੀ ਕੁਈਨ ਪੋਇਮ ਹੈ ਜਿਹੜੀ ਐਪਿਕ ਪੋਇਮ ਜਿਸ ਨੂੰ ਕਿਹਾ ਜਾਂਦਾ ਇਹ ਲਿਖੀ ਸੀਗੀ ਜਿਹੜੀ ਕਿ ਬਹੁਤ ਵੱਡੇ ਲੈਵਲ 'ਤੇ ਫੇਮਸ ਹੋਈ ਸੀਗੀ। ਇਸ ਤੋਂ ਇਲਾਵਾ ਸਰ ਫਿਲਿਪ ਸਿਡਨੀ ਹੋਰਾਂ ਨੇ ਐਸਟ੍ਰੋਫੈਲ ਐਂਡ ਸਟੈਲਾ ਦਾ ਡਿਫੈਂਸ ਆਫ ਪੋਇਟਰੀ ਇਹ ਵਰਕ ਲਿਖੇ ਜਿਹੜੇ ਕਿ ਇੰਗਲਿਸ਼ ਰੈਨੇਸਾ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਅਤੇ ਇੰਪੋਰਟੈਂਟ ਮੰਨੇ ਜਾਂਦੇ ਨੇ। ਅਤੇ ਜੌਨ ਡਨ ਸੀਗੇ ਜਿਹੜੇ ਇਹ ਮੈਟਾਫਿਜ਼ੀਕਲ ਪੋਇਟ ਰਹੇ ਨੇ। ਪੋਇਟਰੀ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਡਰਾਮਾ ਦੇ ਬਾਰੇ। ਇਸ ਏਜ ਦੇ ਵਿੱਚ ਡਰਾਮਾ ਵੀ ਬਹੁਤ ਇੰਪੋਰਟੈਂਟ ਮੰਨੇ ਜਾਂਦੇ ਨੇ। ਇੱਥੋਂ ਆਪਾਂ ਕਹਿ ਸਕਦੇ ਹਾਂ ਇੱਕ ਨਿਊ ਡਰਾਮੈਟਿਕ ਜਿਹੜੇ ਵਰਕਸ ਨੇ ਉਹਨਾਂ ਦੀ ਕਿਸਮ ਜਿਹੜੀ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਅਤੇ ਇੱਥੋਂ ਆਪਾਂ ਫਸਟ ਜਿਹੜੀ ਟ੍ਰੈਜਿਕ ਪਲੇ ਹੈ ਇੰਗਲਿਸ਼ ਦਾ ਉਹ ਹੈਗਾ ਗੋਰਬੋਡਕ। ਉਹ ਆਪਾਂ ਇਸ ਏਜ ਦੇ ਵਿੱਚ ਗਿਣਦੇ ਹਾਂ। ਗੋਰਬੋਡਕ ਜਿਹੜਾ ਪਲੇ ਹੈ ਉਹ 1561 ਈਸਵੀ ਦੇ ਵਿੱਚ ਪਬਲਿਸ਼ ਹੋਇਆ ਸੀਗਾ ਅਤੇ ਸੈਕਵਿਲ ਅਤੇ ਨੋਰਟਨ ਨਾਮ ਦੇ 2 ਰਾਈਟਰਸ ਨੇ ਇਸ ਨੂੰ ਲਿਖਿਆ ਸੀਗਾ। ਅਤੇ ਇੱਕ ਹੋਰ ਟ੍ਰੈਜਡੀ ਹੈ ਜਿਹੜੀ ਕਿ ਜਿਸ ਦਾ ਨਾਮ ਹੈ ਦ ਸਪੈਨਿਸ਼ ਟ੍ਰੈਜਡੀ। ਇਹ 1592 ਈਸਵੀ ਦੇ ਵਿੱਚ ਪਬਲਿਸ਼ ਹੋਈ ਸੀਗੀ ਅਤੇ ਇਹਦਾ ਰਾਈਟਰ ਸੀਗਾ ਟੌਮ ਸਕਾਈਟ। ਅਤੇ ਇਸ ਤੋਂ ਬਾਅਦ ਇੱਕ ਜਿਹੜੇ ਆਪਣੇ ਬਹੁਤ ਹੀ ਜ਼ਿਆਦਾ ਫੇਮਸ ਰਾਈਟਰ ਨੇ ਇੰਗਲਿਸ਼ ਦੇ ਵਿੱਚ ਵਿਲੀਅਮ ਸ਼ੇਕਸਪੀਅਰ, ਉਹ ਵੀ ਇਸੇ ਏਜ ਦੇ ਵਿੱਚ ਆਉਂਦੇ ਨੇ ਐਲਿਜ਼ਾਬੈਥਨ ਪੀਰੀਅਡ ਦੇ ਵਿੱਚ। ਉਹਨਾਂ ਦਾ ਜਿਹੜਾ ਜੀਵਨ ਕਾਲ ਹੈ ਉਹ 1564 ਤੋਂ ਲੈ ਕੇ 1616 ਈਸਵੀ ਤੱਕ ਦਾ ਹੈਗਾ। ਅਤੇ ਇਸ ਨੂੰ ਕੁਛ ਜਿਹੜੇ ਹਿਸਟੋਰੀਅਨਸ ਨੇ ਥੋੜ੍ਹਾ ਬਹੁਤ ਅੱਗੇ ਪਿੱਛੇ ਕਰਕੇ ਦੱਸਦੇ ਨੇ ਕਿਉਂਕਿ ਇਹਨਾਂ ਦੇ ਟਾਈਮ ਪੀਰੀਅਡ ਬਾਰੇ ਆਪਾਂ ਨੂੰ ਐਗਜ਼ੈਕਟ ਜਾਂ ਫਿਰ ਠੋਸ ਜਿਹੜੇ ਸਬੂਤ ਨੇ ਉਹ ਨਹੀਂ ਮਿਲਦੇ। ਦੋਸਤੋ ਵਿਲੀਅਮ ਸ਼ੇਕਸਪੀਅਰ ਨੇ ਜਿਹੜੇ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਹਰ ਟਾਈਪ ਦੇ ਪਲੇ ਲਿਖੇ, ਭਾਵੇਂ ਉਹ ਹਿਸਟਰੀ ਹੋਵੇ, ਟ੍ਰੈਜਡੀ ਹੋਵੇ ਜਾਂ ਫਿਰ ਕਾਮੇਡੀ ਹੋਵੇ ਅਤੇ ਜਾਂ ਫਿਰ ਟ੍ਰੈਜੀ ਕਾਮੇਡੀ ਹੋਵੇ ਜਾਂ ਫਿਰ ਪ੍ਰੋਬਲਮ ਪਲੇਜ਼ ਹੋਣ। ਉਹਨਾਂ ਨੇ ਹਰ ਤਰ੍ਹਾਂ ਦੇ ਜਿਹੜੇ ਪਲੇਜ਼ ਨੇ ਉਹ ਲਿਖੇ ਇਹਦੇ ਵਿੱਚ। ਅਤੇ ਆਪਣੇ ਜਿਹੜੇ ਇਹ ਇੰਪੋਰਟੈਂਟ ਵਰਕ ਸੀਗੇ ਉਹਨਾਂ ਨੂੰ ਫਸਟ ਫੋਲੀਓ ਦੇ ਵਿੱਚ ਉਹਨਾਂ ਨੇ ਪਬਲਿਸ਼ ਕਰਵਾਇਆ ਸੀਗਾ। ਇੱਕ ਕਹਿ ਸਕਦੇ ਹਾਂ ਆਪਾਂ ਇੱਕ ਬੰਡਲ ਦੇ ਰੂਪ ਵਿੱਚ ਜਾਂ ਫਿਰ ਇੱਕ ਗਰੁੱਪ ਦੇ ਬੰਚ ਆਫ ਬੁੱਕਸ ਦੇ ਰੂਪ ਵਿੱਚ। ਜੇਕਰ ਆਪਾਂ ਗੱਲ ਕਰੀਏ ਉਹਨਾਂ ਦੇ ਹਿਸਟੋਰੀਕਲ ਪਲੇਸ ਦੇ ਬਾਰੇ ਤਾਂ ਇਸ ਦੇ ਵਿੱਚ ਆਪਾਂ ਨੂੰ ਰਿਚਰਡ III, ਹੈਨਰੀ IV ਵਰਗੇ ਪਲੇਸ ਦੇਖਣ ਨੂੰ ਮਿਲਦੇ ਨੇ। ਜੇਕਰ ਆਪਾਂ ਗੱਲ ਕਰਦੇ ਹਾਂ ਟ੍ਰੈਜਡੀਜ਼ ਦੇ ਬਾਰੇ ਤਾਂ ਆਪਾਂ ਨੂੰ ਬਹੁਤ ਹੀ ਜ਼ਿਆਦਾ ਟ੍ਰੈਜਡੀ ਦੇ ਨਾਲ ਭਰੀਆਂ ਹੋਈਆਂ ਉਹਨਾਂ ਦੇ ਵਰਕਸ ਮਿਲਦੇ ਨੇ ਜਿਹੜਾ ਕਿ ਫੇਮਸ ਨੇ, ਬਹੁਤ ਹੀ ਜ਼ਿਆਦਾ ਫੇਮਸ ਨੇ ਇੰਗਲਿਸ਼ ਲਿਟਰੇਚਰ ਦੇ ਵਿੱਚ। ਇਹਦੇ ਵਿੱਚ ਹੈਗੇ ਨੇ ਹੈਮਲੇਟ, ਓਥੈਲੋ ਅਤੇ ਮੈਕਬੇਥ ਵਰਗੀਆਂ ਟ੍ਰੈਜਡੀਜ਼। ਟ੍ਰੈਜਡੀ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਉਹਨਾਂ ਦੀ ਕਾਮੇਡੀਜ਼ ਦੇ ਬਾਰੇ ਤਾਂ ਇਹਦੇ ਵਿੱਚ ਹੈਗੀਆਂ ਨੇ ਐਜ਼ ਯੂ ਲਾਈਕ ਇਟ, ਟਵੈਲਥ ਨਾਈਟ, ਮਿਡਸਮਰ ਨਾਈਟਸ ਡ੍ਰੀਮ। ਗਾਈਜ਼ ਸ਼ੇਕਸਪੀਅਰ ਤੋਂ ਇਲਾਵਾ ਆਪਣੇ ਕੋਲ ਇਸ ਏਜ ਦੇ ਵਿੱਚ ਇਹਨਾਂ ਤੋਂ ਇਲਾਵਾ ਕੁਝ ਹੋਰ ਫੇਮਸ ਰਾਈਟਰਸ ਵੀ ਹੈਗੇ ਨੇ ਜਿਵੇਂ ਕਿ ਕ੍ਰਿਸਟੋਫਰ ਮਾਰਲੋ, ਬੈਨ ਜੌਨਸਨ, ਟੌਮ ਸਟੈਕਰ, ਜੌਨ ਫਲੈਚਰ ਐਂਡ ਫਰਾਂਸਿਸ ਬਿਓਮੋਂਟ। ਤਾਂ ਇਹ ਜਿਹੜੇ ਰਾਈਟਰਸ ਨੇ ਇਹ ਵੀ ਬਹੁਤ ਹੀ ਜ਼ਿਆਦਾ ਫੇਮਸ ਹੋਏ ਸੀਗੇ ਇਹਨਾਂ ਦੇ ਵਰਕਸ। ਜਿਵੇਂ ਕਿ ਜੇਕਰ ਆਪਾਂ ਦੇਖਦੇ ਹਾਂ ਕ੍ਰਿਸਟੋਫਰ ਮਾਰਲੋ ਦਾ ਤਾਂ ਇਹਨਾਂ ਦਾ ਡਾਕਟਰ ਫੌਸਟਸ ਜਿਹੜਾ ਹੈਗਾ ਉਹ ਇੱਕ ਬਹੁਤ ਹੀ ਇੰਪੋਰਟੈਂਟ ਵਰਕ ਮੰਨਿਆ ਜਾਂਦਾ ਇੰਗਲਿਸ਼ ਲਿਟਰੇਚਰ ਦਾ। ਗਾਇਜ਼ ਐਲਿਜ਼ਾਬੈਥਨ ਪੀਰੀਅਡ ਤੋਂ ਬਾਅਦ ਆਉਂਦਾ ਜੈਕੋਬੀਅਨ ਪੀਰੀਅਡ ਜਿਹੜਾ ਕਿ 1603 ਤੋਂ ਲੈ ਕੇ 1625 ਈਸਵੀ ਤੱਕ ਚੱਲਦਾ।
ਤੇ ਇਹਦੇ ਵਿੱਚ ਮਤਲਬ ਜਿਹੜਾ ਸ਼ੇਕਸਪੀਅਰ ਹੈ ਉਹ ਜੈਕੋਬੀਅਨ ਪੀਰੀਅਡ 'ਚ ਵੀ ਆਂਦਾ। ਕੁਛ ਵਰਕਸ ਜਿਹੜੇ ਨੇ ਉਹਨਾਂ ਨੇ ਐਲਿਜ਼ਾਬੈਥਨ ਪੀਰੀਅਡ 'ਚ ਲਿਖੇ ਸੀਗੇ ਅਤੇ ਕੁਛ ਵਰਕ ਉਹਨਾਂ ਨੇ ਜੈਕੋਬੀਅਨ ਪੀਰੀਅਡ 'ਚ ਲਿਖੇ ਸੀਗੇ। ਜੈਕੋਬੀਅਨ ਦੇ ਵਿੱਚ ਜਿਹੜੇ ਉਹਨਾਂ ਨੇ ਵਰਕ ਲਿਖੇ ਸੀਗੇ ਉਹਨਾਂ ਨੂੰ ਆਪਾਂ ਪ੍ਰੋਬਲਮ ਪਲੇਸ ਦੇ ਨਾਲ ਜਾਣਦੇ ਹਾਂ। ਪ੍ਰੋਬਲਮ ਪਲੇਸ ਮੀਨਸ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਕੈਰੈਕਟਰ ਜਾਂ ਕਿਸੇ ਸਿਚੁਏਸ਼ਨ ਦੇ ਨਾਲ ਆਪਾਂ ਨੂੰ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਨੇ। ਅਤੇ ਇਸ ਦੇ ਵਿੱਚ ਉਹਨਾਂ ਦੇ ਪਲੇਸ ਨੇ ਜਿਵੇਂ ਕਿੰਗ ਲੀਅਰ ਹੈ, ਟੈਂਪਿਸਟ ਹੈ, ਇਹ ਫੇਮਸ ਪ੍ਰੋਬਲਮ ਪਲੇਸ ਮੰਨੇ ਜਾਂਦੇ ਨੇ ਵਿਲੀਅਮ ਸ਼ੇਕਸਪੀਅਰ ਦੇ। ਇਸ ਤੋਂ ਇਲਾਵਾ ਆਪਣੇ ਕੋਲ ਬੈਨ ਜੋਨਸਨ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਕੁਝ ਫੇਮਸ ਵਰਕਸ ਨੇ ਜਿਵੇਂ ਐਵਰੀ ਮੈਨ ਇਨ ਹਿਜ਼ ਹਿਊਮਰ, ਵੋਲਪਨੀ ਔਰ ਦਾ ਫੌਕਸ, ਦਾ ਐਲਕੈਮਿਸਟ ਵਗੈਰਾ। ਸੋ ਇਹ ਜਿਹੜੇ ਵਰਕ ਨੇ ਉਹ ਬੈਨ ਜੋਨਸਨ ਦੇ ਫੇਮਸ ਵਰਕ ਮੰਨੇ ਜਾਂਦੇ ਨੇ। ਇਹਨਾਂ ਤੋਂ ਇਲਾਵਾ ਜੋਨ ਵੈਬਸਟਰ ਨੇ ਜਿਹੜੇ ਉਹ ਵੀ ਇੱਕ ਫੇਮਸ ਰਾਈਟਰ ਰਹੇ ਨੇ ਅਤੇ ਉਹਨਾਂ ਦੇ ਦੋ ਜਿਹੜੇ ਦ ਮੋਸਟ ਇੰਪੋਰਟੈਂਟ ਵਰਕਸ ਨੇ ਦ ਵਾਈਟ ਡੈਵਲ, ਦ ਡਚੈਸ ਆਫ ਮਾਲਫੀ। ਸੋ ਇਹ ਦੋ ਪਲੇ ਨੇ ਜਿਹੜੇ ਉਹ ਇਹਨਾਂ ਦੇ ਬਹੁਤ ਹੀ ਜ਼ਿਆਦਾ ਫੇਮਸ ਰਹੇ ਨੇ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਮੈਟਾਫਿਜ਼ੀਕਲ ਪੋਇਟਸ ਦੇ ਬਾਰੇ। ਮੈਟਾਫਿਜ਼ੀਕਲ ਪੋਇਟਸ ਕੌਣ ਸੀਗੇ? ਇਹ ਇੱਕ ਗਰੁੱਪ ਸੀਗਾ ਕੁਛ ਪੋਇਟਸ ਦਾ ਜਿਹੜੇ ਕਿ ਆਪਣੇ ਆਪ ਨੂੰ ਮੰਨਦੇ ਸੀਗੇ ਵੀ ਅਸੀਂ ਬਾਕੀ ਪੋਇਟਸ ਨਾਲੋਂ ਥੋੜ੍ਹਾ ਅਲੱਗ ਲਿਖਦੇ ਹਾਂ। ਮੈਟਾਫਿਜ਼ੀਕਲ ਮਤਲਬ ਥੋੜ੍ਹਾ ਜਿਹੜੇ ਹੋਰ ਇਸ ਏਜ ਦੇ ਰਾਈਟਰ ਨੇ ਅਸੀਂ ਉਹਨਾਂ ਨਾਲੋਂ ਕੁਛ ਵੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਹਦੇ ਵਿੱਚ ਕਿਹੜੇ ਕਿਹੜੇ ਰਾਈਟਰ ਸੀਗੇ? ਜੌਨ ਡਨ, ਰਿਚਰਡ ਕਰੋਸ਼ੋ, ਜੋਰਜ ਹਰਬਰਟ, ਐਂਡਰਿਊ ਮਾਰਵਲ, ਰਿਚਰਡ ਕਰੋਸ਼ੋ ਐਂਡ ਸੈਮੂਅਲ ਜੌਨਸਨ। ਸੋ ਇਹ ਜਿਹੜੇ ਰਾਈਟਰਸ ਨੇ ਇਹ ਆਪਾਂ ਨੂੰ ਮੈਟਾਫਿਜ਼ੀਕਲ ਪੋਇਟਰੀ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਸੋ ਗਾਈਜ਼ ਅੱਗੇ ਜੇਕਰ ਆਪਾਂ ਗੱਲ ਕਰੀਏ ਪ੍ਰੋਜ਼ ਰਾਈਟਿੰਗ ਦੇ ਬਾਰੇ ਤਾਂ ਪ੍ਰੋਜ਼ ਰਾਈਟਿੰਗ ਦੇ ਵਿੱਚ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਿਹੜੀ ਬਾਈਬਲ ਸੀਗੀ ਕਿੰਗ ਜੇਮਸ ਵਾਲੀ ਉਹ ਇਹਦੇ ਵਿੱਚ ਟਰਾਂਸਲੇਟ ਕੀਤੀ ਗਈ ਸੀਗੀ ਅਤੇ ਇਸਨੂੰ ਇੱਕ ਮਤਲਬ ਇਟ ਬਿਕਮਸ ਦਾ ਸਟੈਂਡਰਡ ਬਾਈਬਲ ਆਫ ਚਰਚ। ਠੀਕ ਹੈ, ਇਸਨੂੰ ਸਟੈਂਡਰਡ ਬਾਈਬਲ ਕਿਹਾ ਜਾਂਦਾ ਚਰਚ ਦੀ। ਅਤੇ ਇਸ ਟਾਈਮ ਦੇ ਵਿੱਚ ਆ ਕੇ ਇਸ ਪੀਰੀਅਡ ਦੇ ਵਿੱਚ ਆ ਕੇ ਜਿਹੜੀ ਰੈਨੇਸਾਂ ਉਹ ਹੌਲੀ ਹੌਲੀ ਮਤਲਬ ਆਪਣੇ ਐਂਡ ਪੀਰੀਅਡ ਵੱਲ ਵੱਧ ਰਹੀ ਸੀਗੀ ਯਾਨੀ ਕਿ ਲੇਟ ਰੈਨੇਸਾਂ ਦੇ ਵੱਲ ਵੱਧ ਰਹੀ ਸੀਗੀ। ਅਤੇ ਇਸ ਦੌਰਾਨ ਕੁਝ ਕੈਵੈਲੀਅਰ ਪੋਇਟਸ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਰੋਬਰਟ ਹੈਂਡਰਿਕ, ਰਿਚਰਡ ਲਵਲੇਸ, ਟੋਮਸ ਕੈਰੀਓ ਅਤੇ ਸਰ ਜੌਨ ਸਕਲਿੰਗ। ਇਹ ਕੁਛ ਰਾਈਟਰਸ ਨੇ ਜਿਨ੍ਹਾਂ ਨੂੰ ਆਪਾਂ ਕੈਵੈਲੀਅਰ ਪੋਇਟਸ ਦੇ ਨਾਮ ਨਾਲ ਜਾਣਦੇ ਹਾਂ। ਅਤੇ ਕੁਛ ਹੋਰ ਵਰਕਸ ਨੇ ਜਿਵੇਂ ਲਿਸੀਡਸ ਹੈ, ਪੈਰਾਡਾਈਸ ਲੋਸਟ ਹੈ। ਇਹ ਵਰਕ ਵੀ ਇਸ ਏਜ ਦੇ ਬਹੁਤ ਹੀ ਜ਼ਿਆਦਾ ਫੇਮਸ ਵਰਕਸ ਮੰਨੇ ਜਾਂਦੇ ਨੇ। ਸੋ ਗਾਈਜ਼ ਇਹ ਹੋਈ ਹੈ ਰੈਨੇਸਾਂ ਦੇ ਬਾਰੇ ਅਤੇ ਇਸ ਤੋਂ ਬਾਅਦ ਜਿਹੜਾ ਅਗਲਾ ਪੀਰੀਅਡ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ।